ਪਿਆਰੇ ਵਿਦਿਆਰਥੀਓ, ਅੱਜ ਅਸੀਂ ਭਾਈ ਵੀਰ ਸਿੰਘ ਦੀ ਕਵਿਤਾ ਕੰਬ ਦੀ ਕਲਾਈ ਪੜ੍ਹਾਂਗੇ। ਭਾਈ ਵੀਰ ਸਿੰਘ ਜੀ ਇੱਕ ਅਧਿਆਤਮਕ ਕਵੀ ਹੋਏ ਹਨ, ਜਿਨ੍ਹਾਂ ਨੇ ਆਤਮਾ ਅਤੇ ਪਰਮਾਤਮਾ ਦੇ ਵਿਸ਼ੇ 'ਤੇ ਅਨੇਕਾਂ ਕਵਿਤਾਵਾਂ ਲਿਖੀਆਂ ਹਨ। ਅਤੇ ਕੰਬ ਦੀ ਕਲਾਈ ਵੀ ਇੱਕ ਅਧਿਆਤਮਕ ਕਵਿਤਾ ਹੈ, ਜਿਸ ਦੇ ਵਿੱਚ ਜੀਵਾਤਮਾ ਨੂੰ ਪ੍ਰਭੂ ਪ੍ਰੀਤਮ ਦੇ ਸੁਪਨੇ ਦੇ ਵਿੱਚ ਵਿਸਮਾਦਮਈ ਦਰਸ਼ਨ ਹੋਏ, ਪਰ ਉਹ ਜੀਵਾਤਮਾ ਜੀਵ ਇਸਤਰੀ ਪਰਮਾਤਮਾ ਦੀ ਛੋਹ ਹਾਸਲ ਕਰਨ ਦੇ ਵਿੱਚ ਅਸਮਰੱਥ ਰਹੀ। ਸ਼ੁਰੂ ਕਰਦੇ ਹਾਂ ਕਵਿਤਾ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾ ਗਲਵੱਕੜੀ ਪਾਈ। ਭਾਈ ਵੀਰ ਸਿੰਘ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ ਪ੍ਰੀਤਮ, ਤੁਸੀਂ ਸਾਨੂੰ ਸੁਪਨੇ ਦੇ ਵਿੱਚ ਮਿਲੇ ਅਤੇ ਅਸੀਂ ਇੱਕਦਮ ਆਪ ਨੂੰ ਗਲਵੱਕੜੀ ਪਾਣੀ ਚਾਹੀ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਪ੍ਰੀਤਮ, ਮੈਂ ਆਪ ਨੂੰ ਗਲਵੱਕੜੀ ਪਾਣੀ ਚਾਹੀ, ਪਰ ਤੁਸੀਂ ਤਾਂ ਨਿਰਾ ਨੂਰ ਰੂਪ ਸੀ, ਨਿਰਾ ਪ੍ਰਕਾਸ਼ ਰੂਪ ਸੋ, ਇਸ ਕਰਕੇ ਮੇਰੇ ਹੱਥਾਂ ਵਿੱਚ ਨਾ ਆ ਸਕੇ। ਭਾਵ ਕਿ ਤੁਸੀਂ ਸੂਖਮ ਰੋਸ਼ਨੀ ਰੂਪ ਸੀ, ਸਥੂਲ ਰੂਪ ਨਾ ਹੋਣ ਕਰਕੇ ਮੈਂ ਆਪ ਨੂੰ ਆਪਣੀ ਗਲਵੱਕੜੀ ਆਪਣੇ ਕਲਾਵੇ ਵਿੱਚ ਨਾ ਲੈ ਸਕਿਆ। ਅਤੇ ਆਪ ਨੂੰ ਗਲਵੱਕੜੀ ਪਾਉਣ ਲਈ ਅੱਗੇ ਵਧੀਆਂ ਮੇਰੀਆਂ ਬਾਹਾਂ, ਮੇਰੀ ਕਲਾਈ ਕੰਬਦੀ ਹੀ ਰਹਿ ਗਈ। ਧਾ ਚਰਨਾਂ 'ਤੇ ਸੀਸ ਨਿਵਾਇਆ, ਸਾਡੇ ਮੱਥੇ ਛੋਹ ਨਾ ਪਾਈ। ਭਾਈ ਸਾਹਿਬ ਕਹਿੰਦੇ ਹਨ, ਫਿਰ ਮੈਂ ਇੱਕਦਮ ਆਪ ਦੇ ਚਰਨਾਂ ਦੇ ਉੱਪਰ ਮੱਥਾ ਟੇਕਣ ਲਈ ਆਪਣਾ ਸੀਸ ਨਿਵਾ ਦਿੱਤਾ, ਪਰ ਮੇਰੇ ਮੱਥੇ ਨੂੰ ਵੀ ਆਪ ਦੇ ਚਰਨਾਂ ਦੀ ਛੋਹ ਹਾਸਲ ਨਾ ਹੋ ਸਕੀ। ਤੁਸੀਂ ਉੱਚੇ, ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈ ਆਕਾਈ। ਅਸਲ ਦੇ ਵਿੱਚ ਹੈ ਪ੍ਰਭੂ ਪ੍ਰੀਤਮ, ਤੁਸੀਂ ਬਹੁਤ ਉੱਚੀ ਹਸਤੀ ਦੇ ਮਾਲਕ ਹੋ ਅਤੇ ਤੁਹਾਡੇ ਸਾਹਮਣੇ ਅਸੀਂ ਜੀ ਬੜੀ ਹੀ ਤੁੱਛ ਹਸਤੀ ਵਾਲੇ ਹਾਂ, ਜਿਸ ਕਰਕੇ ਮੇਰੀ ਆਪ ਦੇ ਸਾਹਮਣੇ ਕੋਈ ਪੇਸ਼ ਨਾ ਗਈ। ਭਾਵ ਕਿ ਮੈਂ ਨਾ ਆਪ ਨੂੰ ਗਲਵੱਕੜੀ ਵਿੱਚ ਲੈ ਸਕਿਆ ਅਤੇ ਨਾ ਹੀ ਆਪ ਦੇ ਚਰਨਾਂ ਦੇ ਉੱਪਰ ਮੱਥਾ ਟੇਕ ਕੇ ਆਪ ਦੇ ਚਰਨਾਂ ਦੀ ਛੋਹ ਹਾਸਲ ਕਰ ਸਕਿਆ। ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜ ਉਹ ਬਿਜਲੀ ਲਹਿਰਾ। ਕਵੀ ਅੱਗੋਂ ਫਰਮਾਉਂਦੇ ਹਨ ਕਿ ਫਿਰ ਮੈਂ ਪ੍ਰਭੂ ਪ੍ਰੀਤਮ ਦਾ ਲੜ ਫੜਨ ਵਾਸਤੇ ਪਿੱਛੇ ਦੌੜਿਆ, ਪਰ ਲੜ ਵੀ ਇੱਕ ਬਿਜਲੀ ਦੀ ਲਹਿਰ ਵਾਂਗ ਸੀ, ਜੋ ਮੇਰੇ ਹੱਥਾਂ ਦੇ ਵਿੱਚ ਨਾ ਆ ਸਕਿਆ। ਉੱਡਦਾ ਜਾਂਦਾ, ਪਰ ਉਹ ਆਪਣੀ ਛੋਹ ਸਾਨੂੰ ਗਿਆ ਲਾਈ। ਪਰ ਪ੍ਰਭੂ ਪ੍ਰੀਤਮ ਦੇ ਵਸਤਰਾਂ ਦਾ ਲੜ ਉੱਡਦਾ ਹੋਇਆ ਇੱਕ ਹਲਕੀ ਜਿਹੀ ਛੋਹ ਮੇਰੇ ਸਰੀਰ ਨੂੰ ਲਾ ਗਿਆ। ਮਿੱਟੀ ਚਮਕ ਪਈ ਏ ਮੋਈ, ਅਤੇ ਤੁਸੀਂ ਲੂਆਂ ਵਿੱਚ ਲਿਸ਼ਕੇ। ਉਸ ਲੜ ਦੇ ਛੋਹ ਦੇ ਨਾਲ ਕੀ ਹੋਇਆ ਕਿ ਮੇਰੇ ਸਰੀਰ ਦੀ ਮਰੀ ਹੋਈ ਮਿੱਟੀ, ਭਾਵ ਕਿ ਨਿਰਜੀਵ ਹੋਇਆ ਮੇਰਾ ਸਰੀਰ, ਇੱਕਦਮ ਸੰਜੀਵ ਹੋ ਉੱਠਿਆ, ਇੱਕਦਮ ਜੀਵਿਤ ਹੋ ਉੱਠਿਆ ਅਤੇ ਮੇਰੇ ਰੋਮ ਰੋਮ ਦੇ ਵਿੱਚ ਆਪ ਦਾ ਪ੍ਰਕਾਸ਼ ਲਿਸ਼ਕ ਪਿਆ। ਬਿਜਲੀ ਕੂੰਦ ਕਈ ਥਰ ਥਰਾਂਦੀ, ਹੁਣ ਚਕਾ ਛੂੰਦ ਹੈ ਛਾਈ। ਅਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੇਰੀ ਅੱਖਾਂ ਦੇ ਸਾਹਮਣਿਓਂ, ਜਿਵੇਂ ਮੇਰੀਆਂ ਅੱਖਾਂ ਦੇ ਅੱਗਿਓਂ ਕੋਈ ਥਰ ਥਰਾਂਦੀ ਹੋਈ ਬਿਜਲੀ ਨਿਕਲ ਗਈ ਹੋਵੇ, ਬਿਜਲੀ ਲਿਸ਼ਕ ਗਈ ਹੋਵੇ। ਉਸਦੇ ਤੇਜ਼ ਪ੍ਰਕਾਸ਼ ਦੇ ਕਰਕੇ ਮੇਰੀਆਂ ਅੱਖਾਂ ਦੇ ਸਾਹਮਣੇ ਅਜੇ ਤੱਕ ਚਕਾਚੌਂਧ ਛਾਈ ਹੋਈ ਹੈ, ਭਾਵ ਮੇਰੀਆਂ ਅੱਖਾਂ ਅਜੇ ਤੱਕ ਚੁੰਧਿਆਈਆਂ ਹੋਈਆਂ ਹਨ। ਸਾਰਾਂਸ਼ ਤੌਰ 'ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਕੀ ਦੱਸਿਆ ਹੈ ਕਿ ਹੇ ਪ੍ਰਭੂ ਪ੍ਰੀਤਮ, ਸੁਪਨੇ ਦੇ ਵਿੱਚ ਮੈਨੂੰ ਤੁਹਾਡੇ ਦਰਸ਼ਨ ਹੋਏ ਅਤੇ ਮੈਂ ਆਪ ਨੂੰ ਗਲਵੱਕੜੀ ਪਾਉਣੀ ਚਾਹੀ, ਪਰ ਤੁਸੀਂ ਸਥੂਲ ਰੂਪ ਨਾ ਹੋ ਕੇ ਸੂਖਮ ਰੂਪ ਸੋ, ਨਿਰਾ ਪ੍ਰਕਾਸ਼, ਨਿਰੀ ਰੋਸ਼ਨੀ ਰੂਪ ਸੋ, ਅਤੇ ਮੈਂ ਆਪ ਨੂੰ ਗਲਵੱਕੜੀ ਵਿੱਚ ਨਾ ਲੈ ਸਕਿਆ। ਇਸ ਕਰਕੇ ਅੱਗੇ ਵਧੀਆਂ ਮੇਰੀਆਂ ਬਾਹਾਂ ਕੰਬਦੀਆਂ ਰਹਿ ਗਈਆਂ। ਫਿਰ ਮੈਂ ਆਪ ਦੇ ਚਰਨਾਂ ਦੇ ਉੱਪਰ ਮੱਥਾ ਟੇਕ ਕੇ ਆਪ ਦੀ ਚਰਨ ਛੋਹ ਪ੍ਰਾਪਤ ਕਰਨੀ ਚਾਹੀ, ਪਰ ਮੇਰੇ ਮੱਥੇ ਨੂੰ ਵੀ ਆਪ ਦੇ ਚਰਨਾਂ ਦੀ ਛੋਹ ਹਾਸਲ ਨਾ ਹੋ ਸਕੀ, ਕਿਉਂਕਿ ਤੁਸੀਂ ਸੂਖਮ ਰੂਪ ਸੀ। ਰੌਸ਼ਨੀ ਜਾਂ ਹਨੇਰੇ ਨੂੰ ਅਸੀਂ ਆਪਣੇ ਗਿਆਨ ਇੰਦਰੀਆਂ ਰਾਹੀਂ ਮਹਿਸੂਸ ਨਹੀਂ ਕਰ ਸਕਦੇ, ਇਸ ਕਰਕੇ ਮੇਰੇ ਮੱਥੇ ਨੂੰ ਵੀ ਤੁਹਾਡੇ ਚਰਨਾਂ ਦੀ ਛੋਹ ਹਾਸਲ ਨਾ ਹੋ ਸਕੀ। ਫਿਰ ਮੈਂ ਆਪ ਦਾ ਲੜ ਫੜਨਾ ਚਾਹਿਆ,
ਤਾਂ ਉਹ ਵੀ ਇੱਕ ਬਿਜਲੀ ਦੀ ਲਹਿਰ ਵਾਂਗ ਮੇਰਿਆਂ ਹੱਥਾਂ ਦੇ ਵਿੱਚੋਂ ਨਿਕਲ ਗਿਆ, ਭਾਵ ਕਿ ਮੈਂ ਆਪਦਾ ਲੜ ਵੀ ਨਾ ਫੜ ਸਕਿਆ। ਪਰ ਉਹ ਉੱਡਦਾ ਹੋਇਆ ਲੜ ਮੇਰੇ ਸਰੀਰ ਨੂੰ ਇੱਕ ਹਲਕੀ ਜਿਹੀ ਛੋਹ ਲਾ ਗਿਆ। ਉਸ ਦੇ ਸਦਕਾ ਮੇਰਾ ਸਰੀਰ ਜਿਵੇਂ ਜੀਵਿਤ ਹੋ ਉੱਠਿਆ ਅਤੇ ਮੇਰੇ ਰੋਮ ਰੋਮ ਦੇ ਵਿੱਚੋਂ ਪ੍ਰਭੂ ਪਰਮਾਤਮਾ ਦਾ ਨੂਰ, ਪ੍ਰਭੂ ਪਰਮਾਤਮਾ ਦਾ ਪ੍ਰਕਾਸ਼ ਲਿਸ਼ਕ ਉੱਠਿਆ ਅਤੇ ਮੇਰੇ ਅੱਖਾਂ ਦੇ ਸਾਹਮਣਿਓਂ ਜਿਵੇਂ ਕੋਈ ਤੇਜ਼ ਪ੍ਰਕਾਸ਼ ਵਾਲੀ ਬਿਜਲੀ ਥਰ-ਥਰਾ ਕੇ ਨਿਕਲ ਗਈ ਹੋਵੇ, ਥਰ-ਥਰਾ ਕੇ ਗੁਜ਼ਰ ਗਈ ਹੋਵੇ। ਅਤੇ ਉਸ ਤੇਜ਼ ਪ੍ਰਕਾਸ਼ ਨੂੰ ਦੇਖਣ ਤੋਂ ਬਾਅਦ ਅਜੇ ਤੱਕ ਮੇਰੀਆਂ ਅੱਖਾਂ ਚੁੰਧਿਆਈਆਂ ਹੋਈਆਂ ਹਨ।